ਆਓ ਅੱਗੇ ਪਾਰਟ 2 ਦੇ ਵਿੱਚ ਕਰਦੇ ਹਾਂ ਗੱਲ। ਬੇਟੀਆਂ ਦੇਸ਼ ਦੀਆਂ ਨਾਲ ਖੜੀਆਂ ਨੇ, ਉਹ ਕਿਸ ਤਰ੍ਹਾਂ ਸੋਚਦੀਆਂ ਨੇ ਤੇ ਉਹ ਕਿਵੇਂ ਕਿਵੇਂ ਦੇ ਹਾਲਾਤ ਦੇਖਦੀਆਂ, ਕਿਹੜੀਆਂ ਉਹ ਐਗਜ਼ਾਮਪਲਸ ਦਿੰਦੀਆਂ। ਸਾਡੀਆਂ ਨਿਊ ਕਮਿੰਗ ਜਨਰੇਸ਼ਨਸ ਜਿਹੜੀਆਂ ਇਸ ਬਾਰੇ ਕਿਵੇਂ ਤੇ ਕਿਸ ਹਿਸਾਬ ਨਾਲ ਚੱਲਦੀਆਂ, ਗੱਲ ਕਰਦੇ ਹਾਂ। ਵੈਲਕਮ ਬੈਕ ਟੂ ਪਾਰਟ 2। ਹਾਂਜੀ ਬੋਲੋ ਬੇਟਾ। ਥੈਂਕ ਯੂ ਸਰ। ਮੈਂ ਤੁਸੀਂ ਇੱਕ ਵਰਡ ਬੋਲਿਆ ਸੀ ਹੁਣ ਥੋੜੀ ਦੇਰ ਪਹਿਲਾਂ, 2018 ਦੀ ਇੱਕ ਅਮੈਂਡਮੈਂਟ ਹੈ ਜਿਹਦੇ ਰਿਗਾਰਡਿੰਗ ਅੱਜ ਦੇ ਟਾਈਮ 'ਚ ਜੋ ਕੇਸ ਹੋਇਆ, ਆਪਾਂ ਇਹ ਕਹਿ ਸਕਦੇ ਹਾਂ ਕਿ ਉਹ ਟੋਟਲੀ ਇੱਕ ਕੋਸਮੈਟਿਕ ਅਮੈਂਡਮੈਂਟ ਸੀਗੀ। ਜੇ ਦੇਖਿਆ ਜਾਵੇ ਤਾਂ ਇੱਕ ਸਾਈਡ ਤਾਂ ਗਵਰਨਮੈਂਟ ਕਹਿੰਦੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ, ਇੱਕ ਸਾਈਡ ਆਪਣੇ ਅੱਗੇ ਐਗਜ਼ਾਮਪਲ ਸੈੱਟ ਕੀਤੀ ਜਾਂਦੀ ਹੈ ਨਿਰਭਇਆ ਕੇਸ ਦੀ ਕਿ ਜੋ ਰੇਪ ਕੇਸਿਸ ਨੇ, ਮਤਲਬ ਜੋ ਰੇਪ ਦੇ ਅਕਿਊਜ਼ ਨੇ, ਰੇਪਿਸਟ ਨੇ, ਜੋ ਉਹਨਾਂ ਨੂੰ ਮਤਲਬ ਬਹੁਤ ਹਾਈ ਟੂ ਹਾਈ ਪਨਿਸ਼ਮੈਂਟ ਦਿੱਤੀ ਜਾਵੇ। ਬਟ ਐਵੇਂ ਨਹੀਂ, ਇੱਦਾਂ ਜੇ ਦੇਖਿਆ ਜਾਵੇ ਨਹੀਂ ਹੋ ਪਾ ਰਿਹਾ ਹੈ। ਕੋਸਮੈਟਿਕ ਅਮੈਂਡਮੈਂਟਸ ਦਾ ਕੀ ਫਾਇਦਾ ਜਦੋਂ ਇੱਕ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਸਭ ਕੁਝ ਨਹੀਂ ਹੈ ਅਗਰ ਇੱਕ ਲੇਡੀ ਨੂੰ ਪ੍ਰੋਪਰਲੀ ਜਸਟਿਸ ਨਹੀਂ ਦੇ ਸਕਦੇ ਤਾਂ। ਇਹ ਤਾਂ ਇੱਕ ਟੋਟਲੀ ਇੱਕ, ਜਿਵੇਂ ਮੈਡਮ ਨੇ ਹੁਣ ਥੋੜੀ ਦੇਰ ਪਹਿਲਾਂ ਬੋਲਿਆ ਸੀਗਾ ਕਿ ਕੌਨਸਟੀਟਿਊਸ਼ਨ ਤਾਂ ਸੁਪਰੀਮ ਹੈ ਨਾ, ਕੌਨਸਟੀਟਿਊਸ਼ਨ ਐਜੂਕੇਟਡ ਪਰਸਨ ਲਈ ਵੀ ਹੈ, ਅਨਐਜੂਕੇਟਡ ਪਰਸਨ ਲਈ ਵੀ ਹੈ। ਇਹ ਜ਼ਰੂਰੀ ਨਹੀਂ ਹੈ ਕਿ ਐਜੂਕੇਟਡ ਲੇਡੀ ਹੈ ਤਾਂ ਉਸ ਨੂੰ ਹੀ ਜਸਟਿਸ ਮਿਲੇਗਾ, ਅਨਐਜੂਕੇਟਡ ਨੂੰ ਜਸਟਿਸ ਨਹੀਂ ਮਿਲੇਗਾ, ਜਾਂ ਫਿਰ ਉਹ ਆਪਣੇ ਹੱਕਾਂ ਲਈ ਲੜ ਸਕਦੀ ਹੈ, ਉਹ ਆਪਣੇ ਹੱਕਾਂ ਲਈ ਨਹੀਂ ਲੜ ਸਕਦੀ। ਜੋ ਆਪਣਾ ਕੌਨਸਟੀਟਿਊਸ਼ਨ ਹੈ ਉਹ ਤਾਂ ਸਾਰਿਆਂ ਲਈ ਇੱਕ ਹੈ ਨਾ, ਤਾਂ ਆਪਾਂ ਨੂੰ ਉਸ ਦੇ ਅਕੋਰਡਿੰਗ ਜੇ ਦੇਖਿਆ ਜਾਵੇ ਤਾਂ ਐਗਜ਼ਾਮਪਲਸ ਰਾਦਰ ਟੂ ਸੈਟ ਕਿ ਆਪਾਂ ਇਹ ਦੇਖੀਏ ਕਿ ਬੇਟੀ ਬਚਾਓ ਬੇਟੀ ਪੜ੍ਹਾਓ। ਆਪਾਂ ਇਹ ਦੇਖਣਾ ਜ਼ਰੂਰੀ ਹੈ ਕਿ ਜੋ ਰੇਪ ਦੀਆਂ ਵਿਕਟਿਮਸ ਨੇ ਉਹਨਾਂ ਨੂੰ ਨਿਆਂ ਮਿਲ ਰਿਹਾ, ਐਗਜ਼ਾਮਪਲ ਸੈੱਟ ਹੋ ਰਹੀ ਹੈ ਸੋਸਾਇਟੀ ਦੇ ਅੱਗੇ ਜਾਂ ਨਹੀਂ ਹੋ ਰਹੀ। ਇਹ ਸਿਰਫ ਗੱਲਾਂ ਫਿਰ ਅਮੈਂਡਮੈਂਟਸ ਕਰਕੇ ਗਵਰਨਮੈਂਟ ਕੀ ਦਿਖਾਉਣਾ ਚਾਹ ਰਹੀ ਹੈ ਜਦੋਂ ਇਹ ਰਿਮਿਸ਼ਨ ਕਾਈਂਡ ਆਫ ਥਿੰਗਸ ਇਹ ਸਭ ਕੁਝ ਹੁੰਦਾ ਹੈ। ਇਹ ਤਾਂ ਟੋਟਲੀ ਗਵਰਨਮੈਂਟ ਦੀ ਪਾਲਿਸੀਜ਼ ਦੇ ਅਗੇਂਸਟ ਹੀ ਜਾ ਰਿਹਾ ਫਿਰ ਸਾਰਾ ਕੁਝ। ਫਿਰ ਇਹ ਗਵਰਨਮੈਂਟ ਕਿਵੇਂ ਆਪਣੇ ਆਪ ਨੂੰ ਇੱਕ ਸਾਈਡ ਐਵੇਂ ਡਿਫੈਂਡ ਕਰਦੀ ਹੈ ਕਿ ਅਸੀਂ ਤਾਂ ਗਰਲਸ ਲਈ ਇੰਨਾ ਕੁਝ ਕਰ ਰਹੇ ਹਾਂ, ਸੋਸਾਇਟੀ ਲਈ, ਵੂਮਨਸ ਲਈ ਇੰਨਾ ਕੁਝ ਕਰ ਰਹੇ ਹਾਂ। ਇਹ ਸਿਰਫ ਹਿਪੋਕ੍ਰੇਸੀ ਹੈ ਐਂਡ ਨਥਿੰਗ ਐਲਸ। ਥੈਂਕ ਯੂ ਸਰ। ਹਾਂ ਬੇਟੇ, ਤੁਸੀਂ ਆਪਣਾ ਕੋਈ ਇਹਦੇ ਤੇ ਖਾਸ ਪ੍ਰਤੀਕਰਮ ਜ਼ਾਹਰ ਕਰੋਗੇ ਜੋ ਗੱਲ ਹੋਈ ਹੈ, ਕੁਝ ਵੀ? ਸਰ ਆਈ ਥਿੰਕ ਸ਼ੀ ਵਿਲ ਟਾਕ ਅਬਾਊਟ ਇਟ। ਸਰ ਜਿਵੇਂ ਕਿ ਕਿਹਾ ਗਿਆ ਕਿ 75th ਆਫ ਇੰਡੀਪੈਂਡੈਂਸ ਡੇ ਤੇ ਰਿਮਿਸ਼ਨ ਆਫ ਦ ਪ੍ਰਿਜ਼ਨਰਸ ਉਹਨਾਂ ਨੇ ਕੀਤਾ ਗਿਆ, ਤਾਂ ਉਹ ਮੈਨੂੰ ਨਹੀਂ ਲੱਗਦਾ ਕਿ ਮੇਰੇ ਪੁਆਇੰਟ ਆਫ ਵਿਊ ਦੇ ਨਾਲ ਸਹੀ ਹੈ, ਕਿਉਂਕਿ ਇਸ ਹਿਸਾਬ ਨਾਲ ਅਗਰ 11 ਕਨਵਿਕਟਸ ਜੋ ਸੀਗੇ ਜਿਨ੍ਹਾਂ ਨੇ 5 ਮੰਥ ਓਲਡ ਪ੍ਰੈਗਨੈਂਟ ਲੇਡੀ ਦਾ ਨੂੰ ਰੇਪ ਕੀਤਾ ਸੀ, ਅਗਰ ਇਸ ਤਰ੍ਹਾਂ ਦੇ ਬੰਦਿਆਂ ਨੂੰ ਛੱਡਣ ਲੱਗੇ ਤਾਂ ਮੇਰੇ ਹਿਸਾਬ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਰੇਪ ਕੇਸਿਸ ਵਧਣਗੇ। ਇੱਕ ਕੰਟਰੀ ਸੀਗਾ ਇਹ ਵਿਕਟ ਕੰਟਰੀ, ਸ਼ਾਇਦ ਤੁਸੀਂ ਉਹਦਾ ਮਾਸਟਰਪੀਸ ਪੜ੍ਹਿਆ ਜਾਂ ਨਹੀਂ ਪੜ੍ਹਿਆ। ਉਹਦੇ ਵਿੱਚ ਇਸੇ ਤਰ੍ਹਾਂ ਗੈਂਗ ਰੇਪ ਹੁੰਦੇ ਸੀ ਔਰ ਇਸ ਕਰਕੇ ਉਸ ਕੰਟਰੀ ਦਾ ਨਾਂ ਇਹ ਵਿਕਟ ਕੰਟਰੀ ਪੈ ਗਿਆ ਸੀ। ਆਈ ਐਮ ਨਾਟ ਨੇਮਿੰਗ ਦੈਟ ਕੰਟਰੀ ਬਟ ਐਵਰੀਬੋਡੀ ਵਿਲ ਸਰਚ ਆਊਟ ਥਰੂ ਗੂਗਲ ਵੀ ਉਹ ਕਿਹੜਾ ਕੰਟਰੀ ਸੀਗਾ। ਔਰ ਜੇ ਇਹੋ ਜਿਹਾ ਨਾਮ ਸਾਡੀ ਸੋਨੇ ਦੀ ਚਿੜੀਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ਦਾ ਪੈ ਗਿਆ ਤੇ ਫਿਰ ਅਸੀਂ ਕਿੱਥੇ ਖੜੇ ਹਾਂ? ਬਿਲਕੁਲ ਸਰ। ਦੇਖਿਓ, ਅਗਰ ਇੰਡੀਆ ਦੀ ਗੱਲ ਕੀਤੀ ਜਾਵੇ ਸਰ ਕੰਪੈਰੀਜ਼ਨ ਵਿਦ ਅਦਰ ਕੰਟਰੀਜ਼, ਤਾਂ ਬਹੁਤ ਸਰ ਸਾਨੂੰ ਹਜੇ ਡਿਵੈਲਪਮੈਂਟ ਕਰਨ ਦੀ ਲੋੜ ਹੈ। ਬੜੀ ਗੱਲਾਂ ਇਹੋ ਜਿਹੀਆਂ ਹੈ ਜਿੱਥੇ ਸਾਡੀ ਮਾਈਂਡਸੈਟ, ਸਾਡੀ ਸੋਚ, ਸਾਡੀ ਗਵਰਨਮੈਂਟ ਦੀ ਸੋਚ, ਮੈਨੂੰ ਇਹ ਲੱਗਦਾ ਜਦੋਂ ਵੀ ਮੈਂ ਬਾਰ-ਬਾਰ ਗੱਲ ਕਰਦੀ ਮਾਈਂਡਸੈਟ, ਪੀਪਲਸ ਥਿੰਕਿੰਗ, ਤਾਂ ਮੈਨੂੰ ਲੱਗਦਾ ਉਹ ਪੀਪਲ, ਉਹ ਸਾਡੀ ਥਿੰਕਿੰਗ ਦੇ ਵਿੱਚ, ਉਹ ਗਵਰਨਮੈਂਟ ਦੇ ਵਿੱਚ ਜਿਹੜੇ ਲੋਕ ਬੈਠੇ ਉੱਪਰ ਸਰਕਾਰ ਚਲਾ ਰਹੇ, ਜਿਹੜੀ ਸੈਂਟਰਲ ਗਵਰਨਮੈਂਟ, ਉਹਨਾਂ ਦੀ ਵੀ ਸੋਚ ਹੈ ਸਰ। ਅਮਿਤ ਸ਼ਾਹ ਜੀ, ਆਪਣੇ ਨਰਿੰਦਰ ਮੋਦੀ ਜੀ, ਇਹਨਾਂ ਸਭ ਨੂੰ ਜਦੋਂ ਪਾਲਿਸੀਜ਼ ਬਣਾਉਂਦੇ ਆ, ਇਹਨਾਂ ਨੂੰ ਸਭ ਨੂੰ ਸੋਚਣਾ ਚਾਹੀਦਾ ਹੈ ਉਹ ਪਾਲਿਸੀ ਬਣਾਉਣ ਤੋਂ ਪਹਿਲਾਂ ਫਰਮ ਅ ਪੁਆਇੰਟ ਆਫ ਵਿਊ ਆਫ ਅ ਵੂਮਨ, ਕਿ ਕਿੱਦਾਂ ਉਹ ਇਹ ਪਾਲਿਸੀਜ਼ ਬਣਾ ਕੇ ਭੁੱਲ ਜਾਂਦੇ ਹੈ ਕਿ ਜਿਹੜੇ ਰੇਪ ਕੇਸਿਸ ਇੰਨੇ ਸਾਲਾਂ ਤੋਂ ਚੱਲਦੇ ਆ ਰਹੇ ਹੈ, ਇੰਨੇ ਲਾਜ਼ ਬਣਦੇ ਆ ਰਹੇ ਹੈ, ਇੰਨੀਆਂ ਇਹ ਪਾਰਲੀਮੈਂਟ ਦੇ ਵਿੱਚ ਸੈਸ਼ਨਸ ਕੰਡਕਟ ਕਰਦੇ ਹੈ, ਮੇਨ ਮੁੱਦੇ ਤੋਂ ਹਟ ਕੇ ਜਿਹੜਾ ਹੈ ਆਪਣੀ ਵੋਟ ਬੈਂਕਸ ਕ੍ਰੀਏਟ ਕਰਦੇ ਹੈ, ਆਪਣੇ ਲੋਕਾਂ ਨੂੰ, ਆਪਣੇ ਦੋਸਤਾਂ ਨੂੰ ਜਿਹੜਾ ਹੈ ਐਡਜਸਟ ਕਰਦੇ ਹੈ। ਤੇ ਇਸ ਤਰ੍ਹਾਂ ਜਿਹੜਾ ਇਹ ਪਾਲਿਸੀਜ਼ ਅਪਣਾਉਂਦੇ ਹੈ, ਆਈ ਫੇਲ ਟੂ ਅੰਡਰਸਟੈਂਡ ਕਿ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਜਿਹੜੇ ਹਿੰਦੁਸਤਾਨ ਦੀ ਜਨਤਾ ਹੈ ਨਾ ਇਹ ਗੂੰਗੀ ਹੈ, ਨਾ ਇਹ ਬਹਿਰੀ ਹੈ, ਤੇ ਨਾ ਹੀ ਇਹ ਅੰਨੀ ਹੈ। ਸਾਨੂੰ ਸਭ ਨੂੰ ਸਭ ਕੁਝ ਸਮਝ ਆਉਂਦਾ ਹੈ। ਇਹ ਬਸ ਇਹ ਗੱਲ ਇਹ ਹੈ ਕਿ ਅਸੀਂ ਉਹਨਾਂ ਨੂੰ ਜਿਹੜੇ ਰਿਪਰੈਜ਼ੈਂਟੇਟਿਵਸ ਅਸੀਂ ਚੁਣ ਚੁੱਕੇ ਹਾਂ, ਅਸੀਂ ਚਾਹੁੰਦੇ ਹਾਂ ਕਿ ਉਹ ਸਾਡੀ ਸਰਕਾਰ ਚਲਾਉਣ। ਐਂਡ ਵੀ ਆਲ ਆਰ ਬਿਜ਼ੀ ਇਨ ਆਰ ਡੇਲੀ ਹਾਊਸ ਹੋਲਡ ਕੋਰਸ ਓਨਲੀ। ਮੇਨਲੀ ਜਿਹੜੀ ਔਰਤਾਂ ਹੈ ਉਹ ਆਪਣੇ ਘਰ ਦੇ ਕੰਮਾਂ 'ਚ ਇੰਨੀ ਬਿਜ਼ੀ ਹੈ ਕਿ ਮੈਨੂੰ ਲੱਗਦਾ ਉਹ ਧਿਆਨ ਹੀ ਨਹੀਂ ਦੇ ਪਾਉਂਦੀਆਂ ਕਿ ਸਰਕਾਰ ਕੀ ਕਰ ਰਹੀ ਹੈ ਜਾਂ ਕੀ ਪਾਲਿਸੀਜ਼ ਨਵੀਂ ਬਣ ਰਹੀਆਂ। ਐਂਡ ਟੂ ਅਰਨ ਆਵਰ ਲਾਈਵਲੀਹੁੱਡ। ਜੀ ਬਿਲਕੁਲ ਬਿਲਕੁਲ। ਜਦੋਂ ਕੋ ਲਾਈਵਲੀਹੁੱਡ ਜਿਹਨੇ ਅਰਨ ਕਰਨਾ ਹੈ ਸਰ,
ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਸਰਕਾਰ ਨਰਿੰਦਰ ਮੋਦੀ ਜੀ ਦੀ ਹੈ ਜਾਂ ਸਰਕਾਰ ਰਾਹੁਲ ਗਾਂਧੀ ਜੀ ਦੀ ਹੈ, ਬੀਜੇਪੀ ਹੈ, ਕਾਂਗਰਸ ਹੈ, ਦੇ ਆਰ ਲੀਸਟ ਬੋਦਰਡ। ਉਹਨਾਂ ਲਈ ਉਹ ਮਹਿੰਗਾਈ, ਉਹਨਾਂ ਲਈ ਇਹ ਵੂਮਨ ਤੇ ਅਤਿਆਚਾਰ, ਉਹਨਾਂ ਲਈ ਇਹ ਚੋਰੀ ਚਕਾਰੀ, ਡੇਲੀ ਦਾ ਜਿਹੜਾ ਹੈ ਪੰਗੇ ਜਿਹੜੇ ਲੋਕ ਲੈਂਦੇ ਆ ਉਹਨਾਂ ਨਾਲ ਸੁਸਾਇਟੀ 'ਚ, ਇਹ ਨਾ ਸਭ ਇਹ ਜ਼ਿਆਦਾ ਉਹਨਾਂ ਲਈ ਇੰਪੋਰਟੈਂਟ ਹੈ ਰਾਦਰ ਦੈਨ ਕਿ ਕੀ ਵੋਟ ਬੈਂਕਸ ਹੈ ਤੇ ਕੀ ਨਹੀਂ। ਸੋ ਇਹ ਆਪਣੀ ਹੀ ਜੇਬਾਂ ਭਰ ਰਹੇ ਆ ਜੀ, ਇਹ ਸਰਕਾਰਾਂ ਜਿਹੜੀਆਂ ਆਪਣੇ ਹੀ ਲੋਕਾਂ ਨੂੰ ਐਡਜਸਟ ਕਰ ਰਹੀ ਹੈ, ਆਪਣੀ ਜੇਬਾਂ ਭਰ ਰਹੀ ਹੈ ਤੇ ਜਿਹੜੇ ਮੁੱਦਿਆਂ ਦੇ ਨਾਮ ਤੇ ਸਰ ਸਿਰਫ ਇਹ ਜਿਹੜਾ ਇਲੈਕਸ਼ਨਸ ਦੇ ਵਿੱਚ ਦੁਨੀਆ ਨੂੰ ਪਾਗਲ ਬਣਾ ਰਹੀ ਹੈ। ਧੀਆਂ ਦੇ ਉੱਤੇ ਅਤਿਆਚਾਰ ਤੇ ਇਹੋ ਜਿਹੇ ਕਾਰੋਬਾਰ ਕਦੋਂ ਤੱਕ ਹੁੰਦੇ ਰਹਿਣਗੇ? ਸਾਡੀ ਸਰਕਾਰ ਨੇ ਸੋਚਿਆ ਤੇ ਬੜਾ ਕੁਝ ਹੈ, ਲਿਖਿਆ ਵੀ ਬੜਾ ਕੁਝ ਹੈ, ਪਰ ਮੈਨੂੰ ਲੱਗਦਾ ਲਿਖਤ ਜਿਹੜੀ ਹੈ ਅਨਪੜ੍ਹਾਂ ਦੀ ਹੋ ਕੇ ਨਿਬੜ ਗਈ। ਜਿਹੜੀ ਸਾਡੀਆਂ ਪਿੰਡ ਦੀਆਂ ਪੰਚਾਇਤਾਂ ਹੁੰਦੀਆਂ ਸਨ ਉਹ ਇਸ ਤੋਂ ਜ਼ਿਆਦਾ ਤਾਕਤਵਰ ਸਨ, ਔਰ ਸੋਸ਼ਲ ਬਾਈਕਾਟ ਐਸਾ ਹੁੰਦਾ ਸੀਗਾ ਕਿ ਕਈ ਵਾਰੀ ਪਰਿਵਾਰਾਂ ਨੂੰ ਆਪਣਾ ਪਿੰਡ ਤੇ ਘਰ ਵੀ ਛੱਡਣਾ ਪੈ ਜਾਂਦਾ ਸੀ। ਇਹਦੇ ਬਾਰੇ ਕੁਝ ਕਹੋਗੇ? ਬਿਲਕੁਲ ਸਰ, ਦੇਖੋ ਇਹ ਤਾਂ ਇਹ ਸੋਸ਼ਲ ਬਾਇਕਾਟ ਜਿਹੜਾ ਗ੍ਰਾਸ ਰੂਟ ਲੈਵਲ ਤੇ ਹੁੰਦਾ ਸੀ ਸਰ ਪੰਚਾਇਤਾਂ 'ਚ, ਇਹ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ। ਫਿਲਮਾਂ 'ਚ ਵੀ ਬੜੇ ਅਸੀਂ ਦੇਖਿਆ, ਬੁਲੰਦੀ ਮੂਵੀ, ਇਫ ਐਵਰੀਬਡੀ ਰਿਮੈਂਬਰਸ ਦੈਟ ਮੂਵੀ, ਉਹਦੇ ਵਿੱਚ ਸਪੈਸ਼ਲੀ ਦਿਖਾਇਆ ਗਿਆ ਸੀ ਕਿ ਗਾਉਂ 'ਚ ਕਿੱਦਾਂ ਉਹਨਾਂ ਦੀ ਫੈਮਿਲੀ ਦਾ ਬਹਿਸ਼ਕਾਰ ਕਰ ਦਿੱਤਾ ਗਿਆ ਸੀ। ਤੇ ਇਹ ਸਭ ਚੀਜ਼ਾਂ ਸਰ ਪੁਰਾਣੇ ਲੈਵਲ ਤੇ ਚੱਲਦੀਆਂ ਸੀ ਤੇ ਹੁਣ ਇਹ ਸੋਸ਼ਲ ਬਾਇਕਾਟ ਇਸ ਬੇਸ ਤੇ ਨਹੀਂ ਹੁੰਦਾ ਕਿ ਤੁਸੀਂ ਕੋਈ ਗਲਤ ਕੰਮ ਕੀਤਾ। ਹੁਣ ਇਹ ਸੋਸ਼ਲ ਬਾਇਕਾਟ ਤੁਹਾਡੇ ਫਾਈਨੈਂਸ਼ੀਅਲ ਕੈਪੈਸਿਟੀ ਤੇ ਪੈਸਾ ਦੇਖ ਕੇ ਹੁੰਦਾ ਹੈ ਜੀ। ਸੋ ਅੱਜ ਕੱਲ੍ਹ ਮੈਂ ਪਹਿਲਾਂ ਵੀ ਗੱਲ ਕੀਤੀ, ਦੁਨੀਆ ਮਟੀਰੀਅਲਿਸਟਿਕ ਹੁੰਦੀ ਜਾ ਰਹੀ ਹੈ ਜੀ, ਤੇ ਇਹ ਜਿਹੜੀ ਸੋਚ ਹੈ ਇਹਨਾਂ ਦੀ ਛੋਟੀ ਹੁੰਦੀ ਜਾ ਰਹੀ ਹੈ ਤੇ ਪੰਚਾਇਤਾਂ ਦੀ ਵੈਲਿਊ ਘਟਦੀ ਜਾ ਰਹੀ ਹੈ ਤੇ ਖਾਪ ਪੰਚਾਇਤ ਇਜ਼ ਓਨਲੀ ਬਿਜ਼ੀ ਰਨਿੰਗ ਆਫਟਰ ਕਪਲਸ ਰਾਦਰ ਦੈਨ ਟਾਕਿੰਗ ਅਬਾਊਟ ਇੰਪੋਰਟੈਂਟ ਇਸ਼ੂਜ਼। ਠੀਕ ਹੈ ਜੀ। ਸੋ ਇਹਦੇ ਉੱਤੇ ਵੀ ਅਸੀਂ ਬਹੁਤ ਚਰਚਾ ਕਰ ਚੁੱਕੇ ਹਾਂ ਆਲਰੇਡੀ ਪੰਚਾਇਤ ਦੇ ਉੱਤੇ ਵੀ, ਪਰ ਜਿਹੜੀ ਉਹ ਇੱਕ ਸਬਸਟੈਂਸ਼ੀਅਲ ਵਰਕ ਹੁੰਦਾ ਸੀ ਪੰਚਾਇਤ ਦਾ, ਜਿਹੜੇ ਲੋਕਾਂ ਦੇ ਮਨ 'ਚ ਡਰ ਹੁੰਦਾ ਸੀ ਪੰਚਾਇਤ ਦਾ, ਸੋਸ਼ਲ ਬਾਇਕਾਟ ਦਾ, ਬਹਿਸ਼ਕਾਰ ਦਾ, ਉਹ ਡਰ ਖਤਮ ਹੁੰਦਾ ਜਾ ਰਿਹਾ ਹੈ। ਸਰਕਾਰਾਂ ਦੀ ਇਹ ਜਿਹੜੀ ਕਹਿੰਦੇ ਜ਼ਿਆਦਾ ਜਿਹੜਾ ਧੱਕਾ ਕਰਦੀ ਜਾ ਰਹੀ ਹੈ ਲੋਕਾਂ ਨਾਲ, ਇਹ ਵੱਧਦਾ ਜਾ ਰਿਹਾ ਹੈ। ਇੱਜ਼ਤ ਤੇ ਅਜ਼ਮਤ ਦੋ ਚੀਜ਼ਾਂ ਦਾ ਮੀਨਿੰਗ ਸਮਝਦੇ ਹੋ? ਜੀ ਜੀ। ਇਹ ਦੋਨੋਂ ਸਮਝਾ ਦਿਓ ਸਾਨੂੰ। ਸਰ ਦੇਖੋ ਇਹ ਰਿਸਪੈਕਟ ਤੇ ਡਿਗਨਿਟੀ ਜਿਹੜੀ ਹੈ ਸਾਡੀ ਬੀਇੰਗ ਅ ਵੂਮਨ, ਇਹ ਤਦੀ ਆਏਗੀ ਸਰ ਜਦੋਂ ਸਾਡੀ ਜਿਹੜਾ ਹੈ ਲਾਜ਼ ਜਿਹੜੇ ਆ ਸਾਨੂੰ ਪੂਰੇ ਦਿੱਤੇ ਜਾਣਗੇ, ਸਾਨੂੰ ਐਜੂਕੇਸ਼ਨ ਦਿੱਤੀ ਜਾਏ, ਸਾਡੇ ਮੌਲਿਕ ਅਧਿਕਾਰ ਪੂਰੇ ਕੀਤੇ ਜਾਣਗੇ। ਤੇ ਇਹ ਜਿਹੜੇ ਸਾਡੀ ਜਿਹੜਾ ਸਾਨੂੰ ਕਹਿੰਦੇ ਰਾਈਟ ਟੂ ਲਾਈਫ ਇੰਕਲੂਡਸ ਰਾਈਟ ਟੂ ਲਿਵ ਵਿਦ ਰਿਸਪੈਕਟ ਐਂਡ ਡਿਗਨਿਟੀ ਜਿਹੜੀ ਹੈ ਸਰ, ਇਹ ਤਦੀ ਵਾਪਸ ਆਏਗੀ ਜਦੋਂ ਸਾਡੇ ਇਨਫੋਰਸਮੈਂਟ ਹੋਣਗੇ ਇਹਨਾਂ ਫੰਡਾਮੈਂਟਲ ਰਾਈਟਸ ਦੇ। ਤਾਂ ਇਹ ਲੇਡੀ ਲਈ ਸਿਰਫ ਸ਼ਬਦ ਬਣ ਕੇ ਰਹਿ ਗਏ ਆ ਜੀ ਸ਼ਬਦਕੋਸ਼ ਦੇ ਵਿੱਚ। ਇਹ ਸਾਰੀਆਂ ਗੱਲਾਂ ਅਸੀਂ ਬਹੁਤ ਵਾਰ ਕਰਦੇ ਹਾਂ, ਮੈਂ ਬਾਰ-ਬਾਰ ਆ ਕੇ ਵੀਡੀਓ ਦੇ ਵਿੱਚ ਬੋਲਦੀ ਹਾਂ ਸਰ, ਮੈਨੂੰ ਪਰ ਅੰਦਰ ਖਾਤੇ ਪਤਾ ਹੈ ਕਿ ਕਿੰਨੀ ਕੁ ਵੈਲਿਊ ਹੈ ਇੱਕ ਵੂਮਨ ਦੀ ਵਰਡਸ ਦੀ, ਕਿੰਨੀ ਕੁ ਵੈਲਿਊ ਹੈ ਇੱਕ ਵੂਮਨ ਦੀ ਇੱਜ਼ਤ ਦੀ, ਕਿੰਨੀ ਕੁ ਵੈਲਿਊ ਹੈ ਇੱਕ ਵੂਮਨ ਦੀ ਸੈਲਫ ਰਿਸਪੈਕਟ ਦੀ। ਉਹਦੀ ਸੈਲਫ ਰਿਸਪੈਕਟ ਨੂੰ ਹਮੇਸ਼ਾ ਉਹਦੀ ਈਗੋ ਸਮਝਿਆ ਜਾਂਦਾ ਜੀ। ਜਿਵੇਂ ਤੁਸੀਂ ਹੁਣ ਮੀ ਟੂ ਮੂਵਮੈਂਟ ਦੀ ਵੀ ਗੱਲ ਕਰ ਰਹੇ ਸੀ ਸਰ, ਕਿ ਕਿਵੇਂ ਮੁੰਬਈ ਤੋਂ ਇਹ ਮੀ ਟੂ ਮੂਵਮੈਂਟ ਤਨੁਸ਼੍ਰੀ ਦੱਤਾ ਦਾ ਸਟਾਰਟ ਹੋਇਆ। ਇੱਕ ਕਾਸਟਿੰਗ ਕਾਊਚ ਜਿਹੜਾ ਕਲਚਰ ਜਿਹੜਾ ਉੱਥੇ ਮੁੰਬਈ 'ਚ ਚੱਲ ਰਿਹਾ ਹੈ, ਹਿੰਦੀ ਫਿਲਮ ਇੰਡਸਟਰੀ, ਆਈ ਨਾਟ ਸੇ ਬਾਲੀਵੁੱਡ, ਹਿੰਦੀ ਫਿਲਮ ਇੰਡਸਟਰੀ ਜਿਹੜਾ ਇਹ ਚੱਲ ਰਿਹਾ ਹੈ, ਇਹ ਬੜੇ ਸਾਲਾਂ ਤੋਂ ਹੈ। ਤੇ ਜਿਵੇਂ ਅਸੀਂ ਗੱਲ ਕਰ ਰਹੇ ਸੀ ਕਿ ਲੋਕਾਂ ਨੂੰ ਸਰੈਂਡਰ ਕਰਨਾ ਪੈਂਦਾ ਹੈ ਬਿਕੋਜ਼ ਆਫ देयर ਐਸਪੀਰੇਸ਼ਨਸ। ਜਿਹੜੀਆਂ ਲੇਡੀਜ਼ ਇਹਨਾਂ ਨੂੰ ਸਰੈਂਡਰ ਕਰਨਾ ਪੈਂਦਾ ਹੈ ਟੂ ਦੀ ਡਿਜ਼ਾਇਰਸ ਆਫ ਦੀਜ਼ ਸੋ ਕਾਲਡ ਫਿਲਮੀ ਟਾਈਕੂਨਸ, ਜਿਨ੍ਹਾਂ ਦੇ ਅੱਗੇ ਉਹਨਾਂ ਨੂੰ ਸਕਮ ਕਰਨਾ ਪੈਂਦਾ ਹੈ ਤੇ ਆਪਣੇ ਬੜੀ ਸਾਰੀ ਚੀਜ਼ਾਂ ਨਾਲ ਕੰਪਰੋਮਾਈਜ਼ ਕਰਨਾ ਪੈਂਦਾ ਹੈ, ਅਨਵਾਂਟਡ ਸਰਕਮਸਟੈਂਸਿਸ, ਐਬਸੋਲੂਟਲੀ, ਜਿਹਦੇ ਕਰਕੇ ਹੀ ਇਹ ਵਰਡ ਸੈਕਸ਼ੂਅਲ ਹਰਾਸਮੈਂਟ ਜਿਹੜਾ ਸਾਹਮਣੇ ਆਇਆ। ਪਰ ਇਹਦੇ ਮਾਇਨੇ ਅਸੀਂ ਸਭ ਭੁੱਲ ਗਏ ਹਾਂ ਜੀ। ਇਹਦੇ ਮਾਇਨੇ ਇਨ ਦੀ ਨੇਮ ਆਫ ਆਨਰ ਆਫ ਦੀ ਫੈਮਿਲੀ, ਇਹਦੇ ਮਾਇਨੇ ਇਨ ਦੀ ਨੇਮ ਆਫ ਸੋਸ਼ਲ ਸਟਿਗਮਾ। ਅਸੀਂ ਜਿਹੜਾ ਹੈ ਇਹ ਸਾਰੀ ਮਾਇਨੇ, ਡਿਗਨਿਟੀ, ਜਿਹੜਾ ਰਿਸਪੈਕਟ, ਇਹ ਸਭ ਭੁੱਲਦੇ ਜਾ ਰਹੇ ਹਾਂ ਜੀ। ਇਹ ਲੋਕ ਵੀ ਇਹਦੀ ਉਲੰਘਣਾ ਕਰ ਰਹੇ ਆ, ਅਸੀਂ ਲੇਡੀਜ਼ ਵੀ ਇੱਕ ਦੂਜੇ ਨੂੰ ਸਮਝਾਉਂਦੇ ਆ ਕਿ ਨਹੀਂ, ਤੁਹਾਨੂੰ ਅੱਗੇ ਵੱਧ ਕੇ ਇਹਦੀ ਰਿਪੋਰਟ ਨਹੀਂ ਕਰਨੀ ਚਾਹੀਦੀ। ਜੇ ਕੋਈ ਲੇਡੀ ਕਰ ਰਹੀ ਹੈ ਤਾਂ ਉਹ ਆਊਟ ਆਫ ਦਾ ਵੇ ਜਾ ਰਹੀ ਹੈ, ਸ਼ੀ ਇਜ਼ ਓਵਰ ਰਿਐਕਟਿੰਗ, ਸ਼ੀ ਇਜ਼ ਜਸਟ showing her ego, not her self respect. There has to be, there is a thin line difference between self respect and ego, और वो explain करना ਜਿਹੜਾ ਬਹੁਤ ਔਖਾ ਹੈ। ਐਂਡ ਮੈਂ ਬਹੁਤ ਪਹਿਲਾਂ ਸਾਰੀ ਗੱਲ ਸੋਚੀ ਸੀ ਕਿ ਲੈਟਸ ਨਾਟ ਪ੍ਰੂਵ ਇਟ, ਆਈ ਥਿੰਕ ਆਈ ਸ਼ੁਡ ਇੰਪਰੂਵ ਮਾਈ ਸੈਲਫ ਰਾਦਰ। ਸੋ ਬਾਰ-ਬਾਰ ਇਹ ਐਜ਼ ਅ ਵੂਮਨ ਸਾਨੂੰ ਪ੍ਰੂਵ ਕਰਨਾ ਕਿ ਅਸੀਂ ਕਿਉਂ ਇਹ ਸਟੈਪ ਲੈ ਰਹੇ ਹਾਂ, ਕਰਨ ਦੀ ਜਗ੍ਹਾ ਤੇ ਸਾਨੂੰ ਆਪਣੇ ਆਪ 'ਚ ਹੀ ਇੰਪਰੂਵਮੈਂਟ ਲਿਆ ਕੇ ਆਪਣੇ ਰਾਈਟਸ ਲਈ, ਆਪਣੇ ਹੱਕਾਂ ਲਈ ਖੜਨਾ ਚਾਹੀਦਾ ਹੈ ਤੇ ਅੱਗੇ ਉੱਠ ਕੇ ਜਿਹੜੇ ਹੈ ਵੌਇਸ ਰੇਜ਼ ਕਰਨੀ ਚਾਹੀਦੀ ਹੈ। ਇੱਕ ਬੇਟੀ ਵਿਸ਼ਾਖਾ, ਜਿਹਦੇ ਉੱਤੇ ਵਿਸ਼ਾਖਾ ਗਾਈਡਲਾਈਨਸ ਆਈਆਂ ਸੀ, ਹਰਾਸਮੈਂਟ ਐਟ ਵਰਕਪਲੇਸ, ਸੈਕਸ਼ੂਅਲ ਹਰਾਸਮੈਂਟ ਐਟ ਵਰਕਪਲੇਸ, ਉਹਦੇ ਬਾਰੇ ਕੋਈ ਇੰਪਰੂਵਮੈਂਟ ਆਈ ਹੈ ਉਸ ਜਜਮੈਂਟ ਤੋਂ ਬਾਅਦ ਸੁਪਰੀਮ ਕੋਰਟ ਦੀ ਬਹੁਤ, ਜਾਂ ਉੱਥੇ ਹੀ ਉਹੀ ਬੁੜੀ ਖੋਤੀ, ਉਹੀ ਰਾਮਦਿਆਲ? ਸਰ 1997 ਦੇ ਵਿੱਚ ਇਹ ਕੇਸ ਆਇਆ ਸੀ ਵਿਸ਼ਾਖਾ ਕੇਸ, ਨੇਮ ਚੇਂਜ ਹੈ ਸਰ ਇਹਦਾ।
ਕਿ ਦਿਸ ਇਜ਼ ਨਾਟ ਦੀ ਰੀਅਲ ਨੇਮ ਆਫ ਦੀ ਪਰਸਨ। ਤੇ ਜਦੋਂ ਇਹ ਜਜਮੈਂਟ ਆਈ ਸੀ ਸਰ, ਇਟ ਵਾਸ ਲਾਈਕ ਰਿਗਾਰਡਿੰਗ ਭਵਰੀ ਦੇਵੀ, ਜਿਹਦਾ ਰੇਪ ਹੋਇਆ ਸੀ, ਜਿਹਦੇ ਕਰਕੇ ਪੁਲਿਸ ਸਟੇਸ਼ਨ 'ਚ ਜਦੋਂ ਇਹ ਰੇਪ ਹੋਇਆ ਉਸ ਤੋਂ ਬਾਅਦ ਇਹ ਸੈਕਸ਼ੂਅਲ ਹਰਾਸਮੈਂਟ ਵਰਡ ਕੁਆਇਨ ਕੀਤਾ ਗਿਆ ਫੋਲੋਇੰਗ ਦੀ ਇੰਟਰਨੈਸ਼ਨਲ ਟ੍ਰੀਟੀਜ਼। ਉਸ ਤੋਂ ਬਾਅਦ ਸਰ ਆਫਟਰ 15 years we got a law in 2013 POSH Act, Prevention of Sexual Harassment at Workplace Act। ਤੇ ਉਹਦੀ ਗਾਈਡਲਾਈਨਸ ਬਹੁਤ ਟਾਈਮ ਤੋਂ ਆ ਰਹੀਆਂ ਹੈ। ਉਹਨਾਂ ਨੇ ਲੋਕਲ ਕਮੇਟੀਜ਼ ਬਣਾ ਦਿੱਤੀਆਂ, ਇੰਟਰਨਲ ਕੰਪਲੇਂਟ ਕਮੇਟੀ ਬਣਾ ਦਿੱਤੀ ਹੈ, ਡੀਸੀ ਨੂੰ ਪਾਵਰਸ ਦਿੱਤੀਆਂ ਅੰਡਰ ਦੀ ਐਕਟ ਕਿ ਐਜ਼ ਅ ਲੋਕਲ ਕਮੇਟੀ ਤੁਸੀਂ ਐਕਟ ਕਰੋ ਤੇ ਜਦੋਂ ਵੀ ਤੁਹਾਨੂੰ ਲੱਗੇ ਵੀ ਕੋਈ ਕੰਪਲੇਂਟ ਆਈ ਤੇ ਯੂ ਕੈਨ ਐਂਟਰਟੇਨ ਇਟ, ਠੀਕ ਹੈ। ਲੇਕਿਨ ਇੰਟਰਨਲ ਡਿਸਪਲਿਨਰੀ ਐਕਸ਼ਨ ਜਿਹੜਾ ਸਟਾਰਟ ਕੀਤਾ ਗਿਆ ਹੈ ਅੰਡਰ POSH Act, ਤਾਂ ਕਿ ਕੋਈ ਵੀ ਇੱਦਾਂ ਦੀ ਸੈਕਸ਼ੂਅਲ ਹਰਾਸਮੈਂਟ ਕੰਪਲੇਂਟ ਜਿਹੜੀ ਹੈ ਐਂਟਰਟੇਨ ਕੀਤੀ ਜਾਵੇ। ਲੇਕਿਨ ਅਗੇਨ ਜਦੋਂ ਇਨਫੋਰਸਮੈਂਟ ਦੀ ਗੱਲ ਆਉਂਦੀ ਹੈ ਸਰ, ਬੜੇ ਗਵਰਨਮੈਂਟ ਡਿਪਾਰਟਮੈਂਟਸ ਮੈਂ ਖੁਦ ਲੈਕਚਰ ਦਿੰਦੀ ਹਾਂ ਇਹਦੇ 'ਤੇ ਸਰ। ਮੈਂ ਜਿਹੜਾ ਹੈ ਰਿਸੋਰਸ ਪਰਸਨ ਹਾਂ ਫॉर वेरियस ऑर्गेनाइजेशंस इन पंजाब एंड हरियाणा रिगार्डिंग POSH Act फ्रॉम मैनी ईयर्स। ਤੇ ਉਹਦੇ ਵਿੱਚ ਸਰ ਮੇਨ ਗੱਲ ਇਹੀ ਕੀਤੀ ਜਾਂਦੀ ਕਿ ਬੜੇ ਡਿਪਾਰਟਮੈਂਟਸ ਪੂਰੇ ਸਾਲ ਕੋਈ ਕੰਪਲੇਂਟ ਨਹੀਂ ਆਉਂਦੀ, ਪੂਰੇ ਸਾਲ ਦੇयर इज़ नो ਰਿਪੋਰਟ ਆਫ ਐਨੀ ਕੇਸ ਰਿਗਾਰਡਿੰਗ ਸੈਕਸ਼ੂਅਲ ਹਰਾਸਮੈਂਟ। ਮੈਨੂੰ ਜੋ ਲੱਗਦਾ ਹੈ ਦੋ ਪਰਸਪੈਕਟਿਵ ਹੋ ਸਕਦੇ ਆ ਸਰ, ਜਾਂ ਤਾਂ ਡਿਪਾਰਟਮੈਂਟ 'ਚ ਉਸ POSH Act ਦਾ ਡਰ ਬਹੁਤ ਹੈ, ਜਾਂ ਫਿਰ ਲੇਡੀਜ਼ ਅੱਜ ਵੀ ਜਿਹੜਾ ਹੈ ਇਸ ਸੈਕਸ਼ੂਅਲ ਹਰਾਸਮੈਂਟ ਦੇ ਅਗੇਂਸਟ ਆਵਾਜ਼ ਨਹੀਂ ਉਠਾ ਸਕੀਆਂ। ਤੇ ਮੈਨੂੰ ਲੱਗਦਾ ਸਾਡੇ ਸਰੋਤੇ ਬਹੁਤ ਹੀ ਸਮਝਦਾਰ ਹੈ ਤੇ ਉਹ ਸਮਝ ਗਏ ਆ ਕਿ ਇਹ 'ਚੋਂ ਕਿਹੜਾ ਪਰਸਪੈਕਟਿਵ ਕਰੈਕਟ ਹੈ। ਕਿ ਅੱਜ ਵੀ ਸਾਡੇ ਸਰੋਤਿਆਂ ਨੂੰ ਨਹੀਂ ਲੱਗਦਾ ਕਿ ਸਾਨੂੰ 100 ਸਾਲ ਲੱਗਣਗੇ ਚੇਂਜ ਹੋਣ ਲਈ, ਸਾਡੀ ਸੁਸਾਇਟੀ ਨੂੰ ਚੇਂਜ ਹੋਣ ਲਈ 100 ਸਾਲ ਲੱਗਣਗੇ, ਤੇ ਉਹਨਾਂ 'ਚ ਉਹ ਹਿੰਮਤ ਤਦ ਆਏਗੀ ਕਿ ਬਈ ਉਹ ਅੱਗੇ ਵੱਧ ਕੇ ਸੈਕਸ਼ੂਅਲ ਹਰਾਸਮੈਂਟ, ਰੇਪ, ਡੋਮੈਸਟਿਕ ਵਾਇਲੈਂਸ, 498A ਕਰੂਅਲਟੀ ਹਰਾਸਮੈਂਟ ਰਿਲੇਟਡ ਟੂ ਡਾਊਰੀ, ਇਹਨਾਂ ਸਭੀ ਜਿਹੜੇ ਕ੍ਰਾਈਮ ਅਗੇਂਸਟ ਵੂਮਨ ਹੋ ਰਹੇ ਹੈ ਉਹਦੇ ਵਿੱਚ ਆਵਾਜ਼ ਚੱਕਣ ਲਈ ਹਜੇ ਬਹੁਤ ਟਾਈਮ ਲੱਗੇਗਾ ਜੀ। ਔਰ ਜੇ ਸਾਡੇ ਵਰਗੇ ਵਕੀਲ ਕੋਈ ਵੀ ਉਹਨਾਂ ਦੀ ਸਪੋਰਟ ਚਾਹੁੰਦੇ ਤਾਂ ਉਹਨਾਂ ਦੇ ਖਿਲਾਫ ਵੀ ਐਕਸ਼ਨ ਲਿੱਤਾ ਜਾਏਗਾ ਸਰ, ਚਾਹੇ ਉਹ ਕੋਈ ਬਾਰ ਐਸੋਸੀਏਸ਼ਨ ਹੋਵੇ, ਚਾਹੇ ਉਹ ਕੋਈ ਬਾਰ ਕਾਉਂਸਿਲ ਹੋਵੇ, ਔਨ ਐਵਰੀ ਸੀਟ ਅ ਮੈਨ ਇਜ਼ ਸਿਟਿੰਗ ਸਰ। ਸੋ ਇਹ ਤਾਂ ਵੀ ਆਲ ਨੋ ਕਿ ਜਿਹੜਾ ਕਮਿਊਨਿਟੀ ਹੈ ਇਹਦਾ ਹੀ ਜਿਹੜਾ ਰੋਲ ਬਹੁਤ ਵੱਡਾ ਮੰਨਿਆ ਜਾ ਰਿਹਾ ਇਹਦੇ ਵਿੱਚ। ਇੱਕ ਚੀਜ਼, ਸਾਡਾ ਕਾਨੂੰਨ ਜਿਹੜਾ ਹੈ ਬੜੀ ਤੇਜ਼ੀ ਨਾਲ ਆਪਣੇ ਕੱਪੜੇ ਬਦਲਦਾ ਹੈ। ਜਿਵੇਂ ਕਿਸੇ ਫੈਸ਼ਨ ਪਰੇਡ 'ਤੇ ਜਾਣਾ ਹੁੰਦਾ ਹੈ ਜਾਂ ਫੈਸ਼ਨ ਡਿਜ਼ਾਈਨਿੰਗ ਕੰਪੀਟੀਸ਼ਨ ਵਿੱਚ ਜਾਣਾ ਹੁੰਦਾ ਹੈ, ਜਿਵੇਂ 1860 ਵਿੱਚ ਇੰਡੀਅਨ ਪੀਨਲ ਕੋਡ ਆਇਆ ਸੀ ਔਰ ਉਸ ਦੇ ਸਿਰ ਦੇ ਉੱਤੇ ਅੰਗਰੇਜ਼ਾਂ ਦਾ ਕਦੀ ਸੂਰਜ ਨਹੀਂ ਡੁੱਬਿਆ ਦੁਨੀਆ ਦੇ ਵਿੱਚ, ਇਹ ਕਿਹਾ ਜਾਂਦਾ ਸੀ। 1860 ਦਾ ਇੰਡੀਅਨ ਪੀਨਲ ਕੋਡ। ਉਸ ਤੋਂ ਬਾਅਦ ਕਈ ਕਾਨੂੰਨ ਆਏ, ਜਿਵੇਂ ਅਸੀਂ ਗੱਲ ਕੀਤੀ ਹੈ ਸੈਕਸ਼ੂਅਲ ਹਰਾਸਮੈਂਟ ਐਟ ਵਰਕ ਪਲੇਸ। ਸਿਰਫ ਕੱਪੜੇ ਬਦਲੇ, ਕੰਮ ਉਹੀ ਰਿਹਾ। ਪੋਸਕੋ ਐਕਟ, ਕੱਪੜੇ ਬਦਲੇ, ਕੰਮ ਉਹੀ ਰਿਹਾ। ਇਸ ਤਰ੍ਹਾਂ ਦੇ ਕਈ ਐਕਟ ਆਉਂਦੇ ਰਹੇ ਜਾਂਦੇ ਰਹੇ। ਲੇਕਿਨ ਜੇ ਇਹ ਕਿਹਾ ਜਾਏ ਜਾਂ ਸੋਚਿਆ ਜਾਏ, ਤੁਸੀਂ ਮੇਰੀ ਇਸ ਗੱਲ ਨਾਲ ਕਿੰਨੇ ਕੁ ਸਹਿਮਤ ਹੋ ਮੈਨੂੰ ਜ਼ਰੂਰ ਦੱਸਣਾ ਪਲੀਜ਼। ਜੇ ਇੱਕ ਬੋਲਡਨੈਸ ਹੈ ਤੁਹਾਡੇ ਵਿੱਚ, ਬੀਇੰਗ ਏ ਫੀਮੇਲ ਪਾਰਟ ਆਫ ਸੋਸਾਇਟੀ, ਤੇ ਕੀ ਤੁਸੀਂ ਆਪਣੀ ਬੋਲਡਨੈਸ ਨਾਲ ਆਪਣੀ ਅਜ਼ਮਤ ਦੇ ਉੱਤੇ ਹਮਲਾ ਹੋਣ ਤੋਂ ਬਚ ਸਕਦੇ ਹੋ ਜਾਂ ਨਹੀਂ ਬਚ ਸਕਦੇ? ਇਹਦੇ ਬਾਰੇ ਕੀ ਸੰਦੇਸ਼ਾ ਲਾਓਗੇ ਸਾਡੇ ਦਰਸ਼ਕਾਂ ਨੂੰ? ਸਰ ਦੇਖੋ, ਮੈਂ ਤਾਂ ਪਿਛਲੀ ਵੀਡੀਓ 'ਚ ਵੀ ਇਹ ਕਿਹਾ ਸੀ ਕਿ ਬੋਲਡ ਹੋਣਾ ਬਹੁਤ ਜ਼ਰੂਰੀ ਹੈ। ਇਹ ਵਕੀਲ ਦਾ ਉਹ ਨਹੀਂ ਹੈ, ਲੇਕਿਨ ਇੱਕ ਲੇਡੀ ਨੂੰ ਵੈਸੇ ਹੀ ਬਹੁਤ ਬੋਲਡ ਹੋਣਾ ਚਾਹੀਦਾ ਅਗਰ ਉਹਨੇ ਸੋਸਾਇਟੀ 'ਚ ਸਰਵਾਈਵ ਕਰਨਾ ਹੈ। ਅਗਰ ਤੁਸੀਂ ਇੱਕ ਐਂਬੀਸ਼ੀਅਸ ਵੂਮਨ ਹੋ, ਤੁਹਾਨੂੰ ਲੱਗਦਾ ਤੁਸੀਂ ਸੋਸਾਇਟੀ 'ਤੇ ਆਪਣਾ ਕਰੀਅਰ ਬਣਾਉਣਾ ਹੈ, ਤਾਂ ਡੈਫੀਨੇਟਲੀ ਯੂ ਹੈਵ ਟੂ ਬੀ ਬੋਲਡ। ਤਾਂ ਗੱਲ ਇਹ ਹੈ ਕਿ ਜਿੱਦਾਂ ਪੁਰਾਣਾ IPC ਜਿਵੇਂ ਤੁਸੀਂ ਕਹਿ ਰਹੇ ਹੋ 1860 ਦਾ ਬਣਿਆ ਹੋਇਆ, ਤੇ ਇਹ ਸਿਰਫ ਜਿਹੜਾ ਹੈ ਵੀ ਆਰ ਚੇਂਜਿੰਗ ਕਲਰਸ ਆਫ ਦੀ ਲਾਅ ਐਂਡ ਨਥਿੰਗ ਐਲਸ। ਉਸੀ ਤਰ੍ਹਾਂ ਸਰ ਮੇਰੇ ਮੁਤਾਬਿਕ ਮੇਰਾ ਪੁਆਇੰਟ ਆਫ ਵਿਊ ਇਹ ਕਹਿੰਦਾ ਹੈ ਕਿ ਇਹ ਲਾਜ਼ ਬੜੇ ਬਹੁਤ ਸੋਹਣੇ ਹੋਏ ਹੈ ਜੀ। 1860 ਦਾ ਇਹ ਲਾਅ ਜਿਹੜਾ ਹੈ ਵੈਲਿਡ ਕੁਝ ਹੱਦ ਤੱਕ ਅੱਜ ਵੀ ਹੈ। ਬਹੁਤ ਸਾਰੇ ਐਸੇ ਵੀ ਪ੍ਰੋਵੀਜ਼ਨ ਦੇ ਜਿਹੜੇ ਬੜੇ ਬਿਊਟੀਫੁਲੀ ਡਰਾਫਟਡ ਹੈ 1860 ਦੇ, ਲੇਕਿਨ ਕਿ ਉਹ ਇਨਫਲੂਐਂਸ ਜਿਹੜਾ ਹੈ ਬ੍ਰਿਟਿਸ਼ਰਸ ਦਾ, ਕਿ ਸਾਡੀ ਅੱਜ ਦੀ ਸਰਕਾਰ 'ਚੋਂ ਨਜ਼ਰ ਨਹੀਂ ਆ ਰਿਹਾ, ਕਿ ਉਹ ਡਿਕਟੇਟਰਸ਼ਿਪ, ਕਿ ਉਹ ਰੂਲ ਆਫ ਵਨ ਪਰਸਨ ਸਿਟਿੰਗ ਐਟ ਦੀ ਸੈਂਟਰ, ਕਿ ਉਹ ਨਜ਼ਰ ਨਹੀਂ ਆ ਰਿਹਾ, ਕਿ ਡੈਮੋਕ੍ਰੇਸੀ, ਕਿ ਲੋਕਤੰਤਰ ਜਿਹੜਾ ਹੈ ਸਾਡੇ ਦੇਸ਼ 'ਚੋਂ ਖਤਮ ਨਹੀਂ ਹੁੰਦਾ ਜਾ ਰਿਹਾ। ਇਹਦੇ ਉੱਤੇ ਬਹੁਤ ਵੱਡੀ ਸੋਚਣ ਦੀ ਗੱਲ ਹੈ ਸਰ। ਵਿਮਨ ਰਿਲੇਟਡ ਤਾਂ ਚਲੋ ਹੈ ਹੀ ਹੈ, ਲੇਕਿਨ ਕਿਸ ਤਰ੍ਹਾਂ ਸਰਕਾਰਾਂ ਸਾਡੇ ਤੇ ਰੂਲ ਕਰ ਰਹੀਆਂ, ਰੂਲ ਆਫ ਲਾਅ ਨਹੀਂ ਹੋ ਰਿਹਾ ਜੀ। ਲਾਅ ਜਿਹੜਾ ਹੈ ਇਜ਼ ਨਾਟ ਰੂਲਿੰਗ ਅਸ, ਸਮਬਡੀ ਸਿਟਿੰਗ ਐਟ ਦੀ ਸੈਂਟਰ ਇਜ਼ ਰੂਲਿੰਗ ਅਸ। ਸੋ ਉਹ ਜਿਹੜੀ ਡਿਕਟੇਟਰਸ਼ਿਪ, ਹਿਟਲਰ ਵਾਲਾ ਹਿਸਾਬ ਸਰ ਜਿਹੜਾ ਹੋਇਆ ਹੋਇਆ, ਜਿਹਨੂੰ ਆਪਾਂ ਕਹਿੰਦੇ ਹਾਂ ਮਜ਼ਾਕ 'ਚ ਅਸੀਂ ਕਦੀ ਵਾਰ ਕਹਿ ਦਿੰਦੇ ਹਾਂ ਕਿ ਇੰਦਰਾ ਗਾਂਧੀ ਵਾਜ਼ ਅ ਡਿਕਟੇਟਰ, ਉਹ ਉਸੇ ਤਰ੍ਹਾਂ ਦੀ ਡਿਕਟੇਟਰਸ਼ਿਪ ਸਰ ਇਸ ਟਾਈਮ 'ਤੇ ਸਾਡੇ ਤੇ ਚੱਲ ਰਹੀ ਹੈ। ਬਟ ਬੀਇੰਗ ਅ ਵੂਮਨ ਜਿਹੜਾ ਹੈ, ਇੰਦਰਾ ਗਾਂਧੀ ਨੂੰ ਹਮੇਸ਼ਾ ਹਾਈਲਾਈਟ ਕੀਤਾ ਜਾਂਦਾ ਹੈ, ਪਰ ਨਰਿੰਦਰ ਮੋਦੀ ਦੀ ਡਿਕਟੇਟਰਸ਼ਿਪ ਬਾਰੇ ਕੋਈ ਗੱਲ ਨਹੀਂ ਕਰਦਾ ਜੀ। ਦੇਖੋ, ਜੇ ਗੈਂਗ ਰੇਪ ਹੁੰਦੇ ਨੇ ਜਾਂ ਰੇਪ ਹੁੰਦੇ ਆ, ਉਸ ਰੇਪ ਨੂੰ ਅਸੀਂ ਜਿਹੜਾ ਸੋਸ਼ਲ ਗੈਂਗ ਬਣਾ ਕੇ ਕੰਟਰੋਵਰਟ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ, ਉਸ ਨੂੰ ਮਾਤ ਦੇ ਸਕਦੇ ਹਾਂ ਜਾਂ ਨਹੀਂ ਦੇ ਸਕਦੇ? ਇਹਦੇ ਬਾਰੇ ਕੀ ਕਹੋਗੇ? ਲਾਸਟ ਕੁਐਸਚਨ।
ਸਰ ਤੁਸੀਂ ਇਹ ਦੇਖੋ, ਮੈਂ ਅਗਰ ਇਹਨੂੰ ਮੈਂ ਬਹੁਤ ਚੰਗੀ ਤਰ੍ਹਾਂ ਅਗਰ ਇਹਦਾ ਐਨਾਲਿਸਿਸ ਕਰਾਂ ਗੈਂਗ ਰੇਪ ਦਾ, ਮੈਨੂੰ ਇਹ ਸਮਝ ਆਉਂਦੀ ਹੈ ਕਿ ਵੈਨ ਯੂ ਆਰ ਅਟੈਕਿੰਗ ਡਿਗਨਿਟੀ ਆਫ ਅ ਵੂਮਨ ਇਨ ਗਰੁੱਪ, ਦੈਟ ਮੀਨਸ ਦੀ ਲੈਵਲ ਆਫ ਜਿਹਨੂੰ ਕਹਿੰਦੇ ਨੀਚਤਾ ਦਾ ਜਿਹੜਾ ਲੈਵਲ ਹੈ ਸਰ ਉਹਨਾਂ ਦਾ, ਉਹ ਇੰਨਾ ਗਿਰ ਚੁੱਕਾ ਹੈ ਕਿ ਆਪਸ 'ਚ ਦੇ ਹੈਵ ਨੋ ਕੌਨਸ਼ੀਅੰਸ, ਜਿਹੜੇ ਉਹਨਾਂ ਨੂੰ ਅਲਾਓ ਕਰ ਰਹੀ ਹੈ ਕਿ ਗੈਂਗ ਦੇ ਵਿੱਚ ਜਾ ਕੇ, ਗਰੁੱਪ ਆਫ ਪੀਪਲ ਦੇ ਵਿੱਚ ਜਾ ਕੇ ਯੂ ਆਰ ਅਟੈਕਿੰਗ ਡਿਗਨਿਟੀ ਆਫ ਵਨ ਸਿੰਗਲ ਵੂਮਨ ਐਂਡ ਦੈਟ ਟੂ ਅ ਪ੍ਰੈਗਨੈਂਟ ਵੂਮਨ ਇਨ ਪ੍ਰੈਜ਼ੈਂਟ ਡੇ ਇਸ਼ੂ। ਤੁਸੀਂ ਦੇਖੋ, ਇਹ ਜਿਹੜੀ ਕਹਿੰਦੇ ਆਪਣੀ ਕੌਨਸ਼ੀਅੰਸ ਦਾ ਗਲਾ ਘੋਟਣਾ ਹੈ, ਨੀਚਤਾ ਤੇ ਉਤਰ ਕੇ ਆਉਣਾ ਹੈ ਸਰ, ਇਹ ਹਾਈ ਲੈਵਲ ਹੈ ਜੀ। ਇਸ ਲਈ ਗੈਂਗ ਰੇਪ ਦੀ ਜਿਹੜੀ ਇੰਟਰਪ੍ਰੀਟੇਸ਼ਨ ਹੈ ਮੇਰੇ ਮੁਤਾਬਿਕ ਤਾਂ ਬਹੁਤ ਗ੍ਰੈਵਿਟੀ ਆਫ ਅਫੈਂਸ ਬਹੁਤ ਜ਼ਿਆਦਾ ਗਹਿਰਾ ਹੈ ਜੀ, ਬਹੁਤ ਹੀਨੀਅਸ ਤੇ ਬਹੁਤ ਕਹਿੰਦੇ ਕਿੰਨ ਵਾਲਾ ਇਹ ਕ੍ਰਾਈਮ ਹੈ ਜਿਹੜਾ ਇਹਨਾਂ ਨੇ ਕੀਤਾ ਹੈ ਜੀ। ਤੇ ਇਸ ਦੇ ਉੱਤੇ ਤਾਂ ਸਰ ਕੋਈ ਮਤਲਬ ਮੈਨੂੰ ਲੱਗਦਾ ਪਨਿਸ਼ਮੈਂਟ ਹੋਣੀ, ਮੇਰੇ ਮੁਤਾਬਿਕ ਤਾਂ ਡੈਥ ਪੈਨਲਟੀ ਹੋਣੀ ਚਾਹੀਦੀ ਹੈ ਸਰ ਇਸ ਉਹਦੇ ਲਈ, ਰਾਦਰ ਦੈਨ ਕਿ ਤੁਸੀਂ ਲਾਈਫ ਇੰਪ੍ਰਿਜ਼ਨਮੈਂਟ ਕਰ ਰਹੇ ਹੋ। ਮੇਰੇ ਮੁਤਾਬਿਕ ਤਾਂ ਜੀ ਪਰਸਨ ਸ਼ੁੱਡ ਬੀ ਹੈਂਗ ਟਿਲ ਡੈਥ। ਥੈਂਕ ਯੂ ਸੋ ਮਚ ਫॉर ਕੋਆਪਰੇਟਿੰਗ। ਐਡਵੋਕੇਟ ਜਗਮੋਹਨ ਸਿੰਘ ਭੱਟੀ YouTube ਚੈਨਲ, ਇਸ ਨੂੰ ਸਬਸਕ੍ਰਾਈਬ ਕਰ ਦੇਣਾ, ਇਸ ਵੀਡੀਓ ਨੂੰ ਲਾਈਕ ਵੀ ਕਰ ਦੇਣਾ, ਸ਼ੇਅਰ ਕਰ ਦੇਣਾ, ਹਰ ਹਿੰਦੁਸਤਾਨੀ ਦੇ ਹੱਥ 'ਚ ਇਸ ਨੂੰ ਪਹੁੰਚਾ ਦੇਣਾ। ਸਾਡਾ ਇੱਕ ਛੋਟਾ ਜਿਹਾ ਨਿਮਾਣਾ ਜਿਹਾ ਯਤਨ ਦੇਸ਼ ਹਿੱਤ 'ਚ, ਸੁਸਾਇਟੀ ਦੇ ਹਿੱਤ 'ਚ, ਖਾਸ ਤੌਰ 'ਤੇ ਧੀਆਂ ਦੇ ਹਿੱਤ 'ਚ ਇਸ 75ਵੇਂ ਆਜ਼ਾਦੀ ਅੰਮ੍ਰਿਤ ਮਹਾਉਤਸਵ ਨੂੰ, ਜਿਹੜਾ ਕਿ ਅਲੈਗਡ ਸੀਗਾ, ਇਹਦੇ ਉੱਤੇ ਸਾਡੇ ਪ੍ਰਧਾਨ ਮੰਤਰੀ ਜੀ ਨੇ ਕੁਝ ਕਿਹਾ ਜਾਂ ਨਹੀਂ ਕਿਹਾ। ਮੇਰਾ ਖਿਆਲ ਹੈ ਕਿ ਜੇ ਨਹੀਂ ਕਿਹਾ, ਉਹ ਚੁੱਕ ਗਏ ਨੇ ਜਾਂ ਉੱਕ ਗਏ ਨੇ, ਆਪਣੀ ਮਨ ਦੀ ਬਾਤ ਆ ਕੇ ਕਰਨਗੇ। ਜੇ ਉਹਨਾਂ ਦੇ ਜਿਹੜੇ ਹੈਗੇ ਨੇ ਥਿੰਕ ਟੈਂਕ, ਉਹਨਾਂ ਨੂੰ ਫੁਰਸਤ ਮਿਲ ਗਈ ਵੀ ਪ੍ਰਧਾਨ ਮੰਤਰੀ ਜੀ ਉਹਨਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਕੋਈ ਆਪਣੇ ਮਨ ਦੀ ਵੀ ਗੱਲ ਕਰ ਲੈਣ ਔਰ ਸੱਚੇ ਤੌਰ 'ਤੇ ਕਰ ਲੈਣ, ਇੱਕ ਸੱਚੀ ਸ਼ਰਧਾਂਜਲੀ ਧੀਆਂ ਨੂੰ ਹੋਏਗੀ। ਹਾਂਜੀ ਕਨੂ ਜੀ। ਸਰ ਮੈਂ ਇਹ ਵੀਡੀਓ ਐਂਡ ਕਰਦੇ ਹੋਏ ਇੱਕ ਗੱਲ ਮੇਰੇ ਦਿਮਾਗ 'ਚ ਆਈ ਹੈ ਕਿ ਅੱਜ ਦਾ ਇਹ ਆਰਡਰ ਪੜ੍ਹ ਕੇ, ਅੱਜ ਦਾ ਇਹ ਨੋਟੀਫਿਕੇਸ਼ਨ ਪੜ੍ਹ ਕੇ, ਅਖਬਾਰ ਦੇ ਵਿੱਚ ਨਿਊਜ਼ ਦੇਖ ਕੇ ਮੈਨੂੰ ਲੱਗਦਾ ਹੈ ਕਿ ਨਰਿੰਦਰ ਮੋਦੀ ਜੀ ਨੇ ਜਿਹੜਾ ਇਸ ਅੰਮ੍ਰਿਤ ਮਹੋਤਸਵ ਦੇ ਵਿੱਚ ਵਿਸ਼ ਘੋਲਤਾ ਹੈ। ਇਹ ਸਾਰਾ 75ਵਾਂ ਜਿਹੜਾ ਇੰਡੀਪੈਂਡੈਂਸ ਡੇ ਅਸੀਂ ਕੱਲ੍ਹ ਦੇ ਇੰਨੇ ਖੁਸ਼ੀ ਨਾਲ ਮਨਾ ਰਹੇ ਸੀ, ਉਹਦੇ ਵਿੱਚ ਸਾਰਾ ਜਿਹੜਾ ਜ਼ਹਿਰ ਇਹਨਾਂ ਨੇ ਵਿਸ਼ ਜਿਹੜਾ ਹੈ ਉਹ ਘੋਲ ਦਿੱਤਾ ਹੈ, ਤੇ ਇਸ ਅੰਮ੍ਰਿਤ ਮਹੋਤਸਵ ਦਾ ਜਿਹੜਾ ਮੇਨ ਮੋਟਿਵ ਸੀ ਉਹ ਖਤਮ ਹੋ ਗਿਆ। ਦੁੱਧ ਦੇ ਵਿੱਚ ਖੱਟਾ ਪਾ ਕੇ ਤੇ ਉਸ ਖੱਟੇ ਨੂੰ ਫਟਾ ਦਿੱਤਾ ਹੈ, ਨਾ ਉਹ ਦਹੀਂ ਬਣਿਆ ਤੇ ਨਾ ਉਹ ਦੁੱਧ ਰਿਹਾ। ਗੱਲਾਂ ਇੰਨੀਆਂ ਕੋਈ ਜ਼ਿਆਦਾ ਨਹੀਂ, ਤੇ ਇਜਾਜ਼ਤ ਲੈਂਦੇ ਹਾਂ ਧੀਆਂ ਤੋਂ। ਸਤਿ ਸ੍ਰੀ ਅਕਾਲ।